देख सकते हो लाठी चार्ज किया जा रहा है। दिल्ली के किसान इतने आए थे, किसानों ने देख सकते हो किस तरीके खदेड़िया जा रहा है, लाठी चार्ज किया जा रहा है। एक ट्रैक्टर जोड़ा है एक सिपाही को मारने वास्ते दौड़ता है। लाठी चार्ज की तस्वीर किसानों वालों ये किसानों वालों जो लाठी चार्ज तुसीं देख सकते हो, हज़ारों किसान इतने मौजूद ने। शुरुआत आपके सामने हो गई है। प्रशासन ने हमारे हर एक गांव में ट्रैली रोक रखी है। सर पहली बात तो ये हम लोग किसी के नुमाइंदे नहीं है, हम किसान हैं। हमारे ऊपर ये कानून लगाया गया है, हम किसी नुमाइंदों को नहीं मानते। सब किसान हैं इधर, किसान अपना प्रोटेस्ट करने के लिए, अपना रोष करने के लिए दिल्ली आए हैं। ये जमीर की लड़ाई है, पैसे की लड़ाई नहीं है। हाँ प्रशासन कह रहे हैं भी उत्थे जाके ग्राउंड 'ਚ बिठा लेने आ। ग्राउंड 'ਚ नहीं जाना चाहते ਅਸੀਂ, ग्राउंड 'ਚ नहीं जाना चाहते ਅਸੀਂ। उरी बैठांगे, ਸਾਡੇ ਪ੍ਰਧਾਨ ਆਉਣਗੇ, ਕਿਸਾਨ ਜਥੇਬੰਦੀਆਂ ਦੇ ਆਉਣਗੇ, ਗੱਲ ਕਰਨਗੇ, ਉੱਥੇ ਕਹਿ ਦੇਖਾਂਗੇ ਕੀ ਬਣਨਾ। ਰਾਹ ਦੇ ਵਿੱਚ ਮੋਦੀ ਦੀ ਕੇਂਦਰ ਸਰਕਾਰ ਤੇ ਭਾਜਪਾ ਸ਼ਾਸਿਤ ਸਰਕਾਰਾਂ ਦੇ ਵੱਲੋਂ ਪਾਈਆਂ ਲੱਖ ਰੁਕਾਵਟਾਂ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਦੇ ਕਿਸਾਨ ਦਿੱਲੀ ਪੁੱਜਣ ਦੇ ਵਿੱਚ ਸਫਲ ਹੋ ਗਏ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਬਾਰਡਰ ਟੱਪ ਕੇ ਦਿੱਲੀ ਵਿੱਚ ਦਾਖਲ ਹੋ ਗਏ ਨੇ ਤੇ ਹਾਲੇ ਪਿੱਛੇ ਕਈ ਵੱਡੇ ਕਾਫਲੇ ਦਿੱਲੀ ਦੇ ਵਿੱਚ ਪੁੱਜ ਰਹੇ ਨੇ। ਕਿਸਾਨਾਂ ਨੇ ਧਾਰਿਆ ਹੋਇਆ ਸੀ ਕਿ ਰਾਤ ਦਾ ਲੰਗਰ ਉਹ ਦਿੱਲੀ ਵਿੱਚ ਹੀ ਛਕਣਗੇ। ਕਿਸਾਨਾਂ ਨੂੰ ਦਿੱਲੀ ਪੁੱਜਦੇ ਦੇਖ ਕੇਂਦਰ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ। ਕੇਂਦਰ ਦੇ ਮੰਤਰੀ ਵੀ ਨਰਮ ਬੋਲੀ ਬੋਲਣ ਲੱਗ ਪਏ ਨੇ। ਹੁਣ ਕੇਂਦਰ ਤੇ ਦਿੱਲੀ ਸਰਕਾਰਾਂ ਦੋਵਾਂ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਪੁੱਜ ਰਹੇ ਕਿਸਾਨਾਂ ਨੂੰ ਸੌਣਾ ਕਿੱਥੇ ਹੈ, ਇਹਨਾਂ ਦੇ ਰਹਿਣ ਬਸੇਰੇ ਦਾ ਪ੍ਰਬੰਧ ਕਿੱਥੇ ਤੇ ਕਿਵੇਂ ਕਰਨਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਰਾਹ ਦੇ ਵਿੱਚ ਲੱਖ ਰੋੜੇ ਅਟਕਾਏ ਗਏ। ਅਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਪਾਣੀ ਦੀਆਂ ਬੁਛਾੜਾਂ, ਕਿਤੇ ਮਿੱਟੀ ਦੇ ਢੇਰ, ਕਿਤੇ ਪਹਾੜਾਂ ਜਿੱਡੇ ਪੱਥਰ ਤੇ ਕਿਤੇ ਪੁਲਿਸ ਦਾ ਲਾਠੀ ਚਾਰਜ। ਪਰ ਕਿਸਾਨਾਂ ਦੇ ਜੋਸ਼ ਤੇ ਹੋਸ਼ ਅੱਗੇ ਕੇਂਦਰ ਸਰਕਾਰ ਦੇ ਵੱਲੋਂ ਘੜੀਆਂ ਸਭ ਤਰਕੀਬਾਂ ਫੇਲ ਹੋ ਗਈਆਂ। ਦਿੱਲੀ ਪੁੱਜਣਾ ਕਿਸਾਨਾਂ ਦੀ ਵੱਡੀ ਜਿੱਤ ਦਾ ਸੰਕੇਤ ਹੈ, ਪਰ ਅਸਲ ਲੜਾਈ ਤਾਂ ਹਾਲੇ ਬਾਕੀ ਹੈ। देखिए
मेरे ख्याल से पुलिस के पास जितना जोर था उन्होंने लगा लिया, इन्होंने कर्फ्यू लगा लिया और जगह जगह पे नाके लगा दिए। इन्होंने कई तरह की फोर्स बनाई हुई है, हमारे लोगों को गिरफ्तार कर लिया है, बहुत से लोगों को। उसके बावजूद भी अगर किसान सड़क पे है तो मेरे ख्याल से सरकार को समझ जाना चाहिए, और अगर अपनी सरकार ने तो ये फिर कोई लोकतंत्र नहीं है। शुरुआत आपके सामने हो गई है। प्रशासन ने हमारे हर एक गाँव में ट्रैली रोक रखी है, उन्होंने भी हम अपना दोपहर तक छड़ाने का काम कराएंगे। अगर प्रशासन ने ना छोड़ी, ये जोर जबरदस्ती बंद ना करी, यहाँ पर रोड जाम कराएंगे। फिर उसका खामियाजा सरकार भुगतेगी, हम नहीं। हमने हर इला जाना है दिल्ली। ਇਸ ਤੋਂ ਪਹਿਲਾਂ ਅੰਬਾਲਾ, ਸ਼ੰਭੂ ਬਾਰਡਰ, ਖਨੌਰੀ, ਸਮਾਣਾ ਅਤੇ ਡੱਬਵਾਲੀ ਸਣੇ ਕਈ ਹੋਰ ਰਾਵਾਂ ਤੋਂ ਪੰਜਾਬ ਦੇ ਕਿਸਾਨ ਹਰਿਆਣਾ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਉੱਤੇ ਵੱਡੀਆਂ ਰੋਕਾਂ, ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਹਾਲਾਂਕਿ ਕਿਸਾਨਾਂ ਦੇ ਨਾਲ ਆਏ ਨੌਜਵਾਨਾਂ ਨੇ ਰੋਕਾਂ ਹਟਾਈਆਂ ਅਤੇ ਸਾਰੀਆਂ ਜਥੇਬੰਦੀਆਂ ਅੱਗੇ ਵਧਣ ਲੱਗੀਆਂ। ਕਿਸਾਨ ਆਪਣੇ ਨਾਲ ਰਾਸ਼ਨ ਤੇ ਸਾਜੋ ਸਮਾਨ ਲੈ ਕੇ ਚੱਲੇ ਹੋਏ ਨੇ ਤੇ ਲੰਮੀ ਲੜਾਈ ਦਾ ਐਲਾਨ ਕੀਤਾ ਹੈ। ਦਿੱਲੀ 'ਚ ਜਾ ਕੇ ਵੀ ਕੋਈ ਐ ਨਹੀਂ ਸੀ ਵੀ ਦਿੱਲੀ ਨੂੰ ਕੋਈ ਢਾਉਣ ਲੱਗੇ ਸੀ ਜਾਂ ਇਹਨਾਂ ਦੇ ਕੋਈ ਮੰਤਰੀਆਂ ਨੂੰ ਅਸੀਂ ਮਾਰਨ ਲੱਗੇ ਸੀਗੇ। ਸਾਡਾ ਉੱਥੇ ਵੀ ਸ਼ਾਂਤਮਈ ਹੋਣਾ ਸੀ। ਇਸ ਕਰਕੇ ਅਸੀਂ ਸਰਕਾਰ ਦੇ ਜਿਹੜਾ ਰਵੱਈਆ ਲਿਆਂਦਾ ਹੈ, ਹਰਿਆਣੇ ਵੀ ਲਿਆਂਦਾ, ਸੈਂਟਰ ਨੇ ਲਿਆਂਦਾ, ਇਹਦੀ ਪੂਰੀ ਤਰ੍ਹਾਂ ਨਿਖੇਧੀ ਕਰਦੇ ਹਾਂ। ਤੇ ਜੇ ਸਾਨੂੰ ਇੱਥੇ ਰੋਕਿਆ ਅਸੀਂ ਸ਼ਾਂਤਮਈ ਇੱਥੇ ਲਗਾਤਾਰ ਜਿਹੜਾ ਧਰਨਾ ਚਲਾਵਾਂਗੇ। ਸ਼ਾਂਤੀ ਪ੍ਰੂਫ ਤਾਂ ਤਦੇ ਕਰਾਂਗੇ ਜੇ ਉਹ ਕਰਨ ਦਊਗਾ, ਨਹੀਂ ਤਾਂ ਦੂਏ ਤਰ੍ਹਾਂ ਵੀ ਕਰਾਂਗੇ। ਅੱਛਾ ਜੀ, ਜਿੱਦਾਂ ਵੀ ਹੋਇਆ ਕਰਾਂਗੇ। ਟਰਾਲੀ ਦੇ ਵਿੱਚ ਫੁੱਲ ਤਿਆਰੀਆਂ ਨੇ ਰਾਸ਼ਨ। ਮੈਂ ਕਿਹਾ ਰਾਸ਼ਨ ਛੱਡ ਕੇ ਭਾਵੇਂ 4-5 ਮਹੀਨੇ ਲਾ ਦੇਵੇ, ਇੰਨੇ ਪਏ ਆ ਬੋਰੇ, 5-5 7-7 ਬੋਰੇ ਆਟੇ ਦੇ ਫਿਆ ਕੇ ਰੱਖੇ ਹੋਇਆ, ਦਾਲਾਂ ਸਬਜ਼ੀਆਂ ਖੰਡ ਖੁੰਡ ਸਭ ਕੁਝ ਰੱਖਿਆ ਹੈ, ਚਾਹ ਪੱਤੀਆਂ ਪੁੱਤੀਆਂ। ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੇ ਤੇ ਪੰਜਾਬ ਸਣੇ ਹੋਰਨਾਂ ਰਾਜਾਂ ਤੋਂ ਕਾਫਲਿਆਂ ਦੇ ਰੂਪ ਦੇ ਵਿੱਚ ਕੌਮੀ ਰਾਜਧਾਨੀ ਦਿੱਲੀ ਦੀਆਂ ਜੜ੍ਹਾਂ ਦੇ ਵਿੱਚ ਪੁੱਜੇ ਕਿਸਾਨਾਂ ਨੇ ਦਿੱਲੀ ਦਰਬਾਰ ਹਿਲਾ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਬੁਰਾੜੀ ਦੀ ਨਿਰੰਕਾਰੀ ਗਰਾਊਂਡ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਸੰਦੇਸ਼ ਭੇਜਿਆ ਹੈ ਕਿ ਸਰਕਾਰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਨਾਕਾਬੰਦੀ ਖੋਲ੍ਹਣ ਦੇ ਲਈ ਤਿਆਰ ਹੈ ਤੇ ਕਿਸਾਨਾਂ ਨੂੰ ਰੈਲੀ ਖਾਤਰ ਨਵੀਂ ਦਿੱਲੀ ਦਾ ਰਾਮਲੀਲਾ ਮੈਦਾਨ ਦੇ ਦਿੱਤਾ ਜਾਵੇਗਾ। ਕਿਸਾਨਾਂ ਦੇ ਦਿੱਲੀ ਦੀ ਸਰਹੱਦ ਤੱਕ ਪੁੱਜਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਸ਼ਹਿਰ ਦੀ ਘੇਰਾਬੰਦੀ ਕਰਕੇ ਆਪਣੇ ਹੀ ਜਾਲ ਦੇ ਵਿੱਚ ਕੇਂਦਰ ਸਰਕਾਰ ਫਸਦੀ ਦਿਖਾਈ ਦੇ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਇਹ ਚਰਚਾ ਛਿੜ ਗਈ ਹੈ ਕਿ ਕੇਂਦਰ ਦੀ ਇਹ ਇੱਕ ਚਾਲ ਹੋ ਸਕਦੀ ਹੈ, ਕਿਉਂਕਿ ਇਸ ਨਾਲ ਦਿੱਲੀ ਦੀ ਘੇਰਾਬੰਦੀ ਖਤਮ ਹੋ ਜਾਵੇਗੀ ਤੇ ਕਿਸਾਨ ਇੱਕ ਥਾਂ ਇਕੱਠੇ ਹੋ ਜਾਣਗੇ। ਪੁਲਿਸ ਫੋਰਸ ਵੀ ਇੱਕ ਥਾਂ ਦੇ ਉੱਤੇ ਕੇਂਦਰਿਤ ਹੋ ਜਾਵੇਗੀ ਤੇ ਫਿਰ ਕਿਸੇ ਅਦਾਲਤ ਤੋਂ ਹੁਕਮ ਲੈ ਕੇ ਕਿਸਾਨਾਂ ਨੂੰ ਖਿੰਡਾਉਣਾ ਸੌਖਾ ਹੋ ਜਾਵੇਗਾ। ਉਗਰਾਹਾਂ ਗਰੁੱਪ ਦੇ ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਵਿੱਚੋਂ ਬਹੁਤੇ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਟਿਕਣ ਦੀ ਖਾਹਿਸ਼ ਰੱਖਦੇ ਹਨ। ਇਸ ਤੋਂ ਪਹਿਲਾਂ ਅੱਜ ਸਿੰਘ ਬਾਰਡਰ ਉੱਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ। ਕਿਸਾਨਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਕਾਫੀ ਦੇਰ ਜਦੋਜਹਿਦ ਮਗਰੋਂ ਅਖੀਰ ਕਿਸਾਨਾਂ ਅੱਗੇ ਪੁਲਿਸ ਨੂੰ ਗੋਡੇ ਟੇਕਣੇ ਪਏ ਤੇ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਦਾ ਲਾਂਘਾ ਦਿੱਤਾ। अगर ये बातचीत करने के लिए आ रहे हैं तो आए, अन्यथा वहीं रुक जाएं। अगर आप बातचीत करने आ रहे हैं तो अपना हाथ ऊपर उठाएं, अन्यथा वहीं रुक जाए। अगर बाकी पीछे रुके रहे, आप 4 लोग आकर हमारे से बात कर चलते हैं। बाकी लोग पीछे रुके रहे, आप लोग आ जाए, आपसे बात कर सकते हैं हम लोग। 3 बार हम सरकार यार क्या गोले चाहे टैंक के गोले नहीं, पंजाब के ऊपर टैंक के गोले भी चले हैं, तोपें भी चली, आंसू गैस क्या करेंगे? बातचीत करने का तरीका है, पीछे जाकर देखिए 50-50 फुट के बड़े टोए खड्डे किए हुए हैं इनके। ये हमारे को साथ करा रहे हैं कि हम इंडिया के हैं, हम हिंदुस्तान के लग रहे हैं आपको। हमारे को तो पाकिस्तान से भी बड़ी बुरा मारते हैं। सर पहली बात तो ये हम लोग किसी के नुमाइंदे नहीं है, हम किसान हैं। हमारे ऊपर ये कानून लगाया गया है, हम किसी नुमाइंदे को नहीं मानते, सब किसान है। इधर
किसान अपना प्रोटेस्ट करने के लिए, अपना रोष करने के लिए दिल्ली आए हैं। हम लोग भारत के बशिंदे हैं, भारत के बशिंदे हैं। हमारे भारत की ये राजधानी है। हम लोग शांतमय तरीके से अपना जो भी है इधर रखना चाहते हैं। दिल्ली में आए हैं भाई, अपना शांति से अपनी बात रखने के लिए आए हैं, कोई झगड़ा करने के लिए नहीं आए। झगड़ा कर रही है पहले तो हरियाणा की पुलिस, अभी दिल्ली की पुलिस। हम लोग झगड़ा नहीं कर रहे। मैं आपसे एक बात पूछना चाहता हूं सरदार जी, पुलिस क्या पब्लिक से झगड़ा करने के लिए होती है? हमें लग रहा है। नहीं, आपको लग रहा है तो आपके लगने से थोड़ा ना सच हो जाएगा। नहीं, अभी क्या ये क्या है? झगड़ा नहीं है। नहीं, ये झगड़ा क्या नहीं है। आपको नहीं पता इस समय क्या चल रहा है? क्या चल रहा है? कोविड चल रहा है। कोविड हमारा गले में फांसी का फंदा डाल दिया गवर्नमेंट ने। ये हुकूमत ने हमारे गले में फांसी का फंदा डाल दिया। जिस हुकूमत की आप दुहाई दे रहे हैं ना जी, उस हुकूमत में 101 तरीके हैं हर फैसले को चैलेंज करने के। आप करिए ना दो उसे। तरीके बताएं। हाँ, 2 तरीके बता दें, बाकी 99 आप रखें। आप 2 अदालत में करिए उसके बारे में जो आपने अपील अदालत दाखिल का करनी उन्होंने है। बंद कर दिया, पहले लिख दिया कानून अदालत में नहीं जा सकती। ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ 3 ਮੰਗਾਂ ਰੱਖੀਆਂ। ਇਹਨਾਂ 'ਚੋਂ ਪਹਿਲੀ ਮੰਗ ਇਹ ਹੈ ਕਿ ਕਿਸਾਨਾਂ ਨੂੰ ਦਿੱਲੀ ਆਉਣ ਲਈ ਸੁਰੱਖਿਅਤ ਰਾਹ ਦਿੱਤਾ ਜਾਵੇ। ਦੂਜੀ ਮੰਗ ਰਾਮਲੀਲਾ ਮੈਦਾਨ ਵਰਗੀ ਥਾਂ ਮੁਹੱਈਆ ਕਰਵਾਈ ਜਾਵੇ ਜਿੱਥੇ ਕਿ ਆਸਾਨੀ ਦੇ ਨਾਲ ਗੱਲਬਾਤ ਕੀਤੀ ਜਾ ਸਕੇ। ਉੱਥੇ ਕਿਸਾਨਾਂ ਨੇ ਤੀਜੀ ਮੰਗ ਇਹ ਰੱਖੀ ਹੈ ਕਿ ਭਾਰਤੀ ਅਤੇ ਖੇਤਰੀ ਪੱਧਰ ਦੇ ਕਿਸਾਨ ਆਗੂਆਂ ਨਾਲ ਕਿਸੇ ਵੀ ਸੀਨੀਅਰ ਮੰਤਰੀ ਵੱਲੋਂ ਗੱਲਬਾਤ ਕੀਤੀ ਜਾਵੇ। ਉਧਰ ਜਿਵੇਂ ਹੀ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਫੌਰਨ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। देश है सारा जो पंजाब हरियाणा है अनाज पैदा करता पूरे देश का ढिड भरता है। अज उसे ही किसान ਨਾਲ ਧੱਕਾ ਕੀਤਾ ਜਾਂਦਾ ਹੈ। ਜੀ ਭਾਈ ਜੀ, ਤੁਹਾਨੂੰ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਮੰਨ ਲੇਗਾ ਜਿਹੜੀ ਕਿਸਾਨ ਜਥੇਬੰਦੀਆਂ ਦੀ ਗੱਲ? ਦੇਖੋ ਜੀ, ਪੁਲਿਸ ਪ੍ਰਸ਼ਾਸਨ ਨੇ ਸਾਨੂੰ ਹੁਣੇ ਵਿਸ਼ਵਾਸ ਦਵਾਇਆ ਕਿ ਸਾਨੂੰ 1 ਘੰਟੇ ਦਾ ਟਾਈਮ ਚਾਹੀਦਾ, ਗੱਲਬਾਤ ਚੱਲ ਰਹੀ ਹੈ ਵੀ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਪਰ ਸਾਡੇ ਜਿਹੜੇ ਇੱਥੇ ਨੌਜਵਾਨ ਪਹੁੰਚੇ ਹੋਏ ਨੇ ਉਹ ਕਹਿੰਦੇ ਸਾਨੂੰ ਅੱਗੇ ਜਾਣ ਨਾਲ ਗੱਲ ਨਹੀਂ ਬਣਨੀ, ਵੀ ਅਸੀਂ ਜਦ ਤੱਕ ਇੱਥੇ ਹੀ ਬੈਠਾਂਗੇ ਜਦ ਤੱਕ ਕੋਈ ਇਹਨਾਂ ਦਾ ਕੋਈ ਮੇਨ ਲੀਡਰ ਜਿਹੜੇ ਇਹ ਗੱਲ ਸਾਡੀ ਕੰਨਾਂ ਤੱਕ ਮੋਦੀ ਤੱਕ ਪਹੁੰਚਾਉਣਗੇ ਜਦ ਤੱਕ ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਅਸੀਂ ਇੱਥੇ ਬੈਠਾਂਗੇ। ਇਹ ਹਲੇ ਤੱਕ ਤਾਂ ਇਹਨਾਂ ਨੇ ਫੈਸਲਾ ਲਿਆ, ਪਰ ਜਿਵੇਂ ਵੀ ਕਿਸਾਨ ਜਥੇਬੰਦੀਆਂ ਸਾਨੂੰ ਹੁਕਮ ਲਾਉਣਗੀਆਂ, ਜੇ ਅੱਗੇ ਜਾਣ ਦਾ ਹੁਕਮ ਲਾਉਣਗੇ ਤਾਂ ਅਸੀਂ ਅੱਗੇ ਜਾਵਾਂਗੇ, ਜੇ ਇੱਥੇ ਬੈਠਣ ਦਾ ਹੁਕਮ ਲਾਉਣਗੀਆਂ ਤਾਂ ਅਸੀਂ ਇੱਥੇ ਬੈਠਾਂਗੇ। ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹੈ, ਜਿਸ ਤਰ੍ਹਾਂ ਸਾਨੂੰ ਮਾਨੂੰ ਉਹ ਕਹੂੰਗੀਆਂ ਹਮੇ ਉਹਨਾਂ ਕੇ ਗੈਲ ਹੈ। ਦਿੱਲੀ ਸਰਕਾਰ ਨੇ ਦਿੱਲੀ ਪੁਲਿਸ ਦੀ 9 ਸਟੇਡੀਅਮਾਂ ਨੂੰ ਕਿਸਾਨਾਂ ਲਈ ਅਸਥਾਈ ਤੌਰ ਤੇ ਜੇਲ੍ਹ ਬਣਾਉਣ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਕਿਹਾ ਹੈ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਕੇਂਦਰ ਸਰਕਾਰ ਨੂੰ ਉਹਨਾਂ ਨੂੰ ਫੌਰਨ ਮੰਨਣਾ ਚਾਹੀਦਾ ਹੈ। ਉਹਨਾਂ ਦਾ ਅੰਦੋਲਨ ਅਹਿੰਸਕ ਹੈ ਅਤੇ ਅਹਿੰਸਕ ਅੰਦੋਲਨ ਕਰਨ ਦਾ ਹਰ ਭਾਰਤੀ ਨੂੰ ਹੱਕ ਹੈ, ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਪਾਇਆ ਜਾ ਸਕਦਾ। लट्ठा दा गोला दा प्रबंध है, एक माइक दा ही भारत सरकार पे प्रबंध नहीं है। गोले इतने प्रबंध कर रखे हैं इन्होंने, काटे के तार प्रबंध कर रखे हैं। जनता को पागल बना रहा है ये प्रशासन, उसको नहीं समझा सकता। बिल्कुल जी, बिल्कुल। देश का प्रधानमंत्री है क्या हमको मोल लेगा? जी बिल्कुल। ये जमीर की लड़ाई है, पैसे की लड़ाई नहीं है। हाँ भाई जी, प्रशासन कह रहे हैं भी ਉੱਥੇ ਜਾ ਕੇ ਗਰਾਊਂਡ 'ਚ ਬਿਠਾ ਲੈਂਦੇ ਆ। ਗਰਾਊਂਡ 'ਚ ਨਹੀਂ ਜਾਣਾ ਚਾਹੁੰਦੇ ਅਸੀਂ, ਗਰਾਊਂਡ 'ਚ ਨਹੀਂ ਜਾਣਾ ਚਾਹੁੰਦੇ ਅਸੀਂ, ਉਰੀ ਬੈਠਾਂਗੇ। ਸਾਡੇ ਪ੍ਰਧਾਨ ਆਉਣਗੇ, ਕਿਸਾਨ ਜਥੇਬੰਦੀਆਂ ਦੇ ਆਉਣਗੇ, ਗੱਲ ਕਰਨਗੇ, ਉੱਥੇ ਅੱਗੇ ਦੇਖਾਂਗੇ ਕੀ ਬਣਦਾ। ਹੁਣ ਜੇ ਮਸਲਾ ਸਿਰਫ ਕਿਸਾਨੀ ਮੰਗਾਂ ਤੱਕ ਹੀ ਸੀਮਤ ਨਹੀਂ, ਇਸ ਦੇ ਅਰਥ ਬਹੁਤ ਵਿਸ਼ਾਲ ਅਤੇ ਇਸ ਲੜਾਈ ਦੇ ਵਿੱਚ ਰਾਜਾਂ ਦੇ ਅਧਿਕਾਰਾਂ, ਰਾਜਾਂ ਦੇ ਲੋਕਾਂ ਦੇ ਅਧਿਕਾਰਾਂ, ਕੇਂਦਰ ਦੀ ਤਾਕਤ ਅਤੇ ਦੇਸ਼ ਦੇ ਵਿੱਚ ਤਾਨਾਸ਼ਾਹੀ ਪ੍ਰਵਿਰਤੀਆਂ ਅਤੇ ਸੰਭਾਵਨਾਵਾਂ ਵਰਗੀਆਂ ਗੱਲਾਂ ਵੀ ਅਸਿੱਧੇ ਰੂਪ ਦੇ ਵਿੱਚ ਸ਼ਾਮਲ ਹਨ। ਇਹ ਵੱਡੀ ਗੱਲ ਹੈ ਕਿ ਕਰੀਬ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ 31-32 ਜਥੇਬੰਦੀਆਂ ਹੋਣ ਦੇ ਬਾਵਜੂਦ ਸ਼ਾਂਤੀਪੂਰਵਕ ਚੱਲ ਰਿਹਾ ਹੈ। ਪੰਜਾਬ ਦੇ ਹੀ ਅੰਦੋਲਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਹ ਅੰਦੋਲਨ ਅੱਗੇ ਵਧਿਆ ਅਤੇ ਅੱਜ ਪੂਰੇ ਭਾਰਤ ਦੇ ਵਿੱਚੋਂ ਕਿਸਾਨ ਦਿੱਲੀ ਪੁੱਜ ਰਹੇ ਨੇ। ਇਹ ਅੰਦੋਲਨ ਹੁਣ ਜਿਸ ਮੋੜ ਦੇ ਉੱਤੇ ਪੁੱਜ ਗਿਆ ਹੈ ਉਸ ਮੋੜ ਤੋਂ ਅੱਗੇ ਵੀ ਇਹ ਸ਼ਾਂਤੀਪੂਰਵਕ ਚੱਲੇਗਾ ਜਾਂ ਨਹੀਂ, ਇਹ ਫਿਕਰ ਦੀ ਗੱਲ ਹੈ। ਹਾਲਾਂਕਿ ਸੱਚ ਹੈ ਕਿ ਅਮਨ ਕਾਨੂੰਨ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਇਸ ਅੰਦੋਲਨ ਨਾਲ ਨਜਿੱਠਣ ਦੇ ਲਈ ਜਿਸ ਤਰ੍ਹਾਂ ਦੀ ਰਣਨੀਤੀ ਇਹ ਸਰਕਾਰ ਅਪਣਾ ਰਹੀ ਹੈ
ਉਹ ਸ਼ਾਂਤੀ ਦੀ ਥਾਂ ਅੰਦੋਲਨਕਾਰੀਆਂ ਨੂੰ ਉਕਸਾਉਣ ਵਾਲੀ ਵਧੇਰੇ ਹੈ। ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ 3 ਦਸੰਬਰ ਨੂੰ ਫਿਰ ਗੱਲਬਾਤ ਦਾ ਸੱਦਾ ਦਿੱਤਾ ਹੈ, ਪਰ ਇਹ ਸੱਦਾ ਬਹੁਤ ਲੇਟ ਦਿੱਤਾ ਗਿਆ, ਜਦੋਂ ਕਿ ਕਿਸਾਨ ਜਥੇਬੰਦੀਆਂ 26-27 ਦੇ ਦਿੱਲੀ ਚਲੋ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੀਆਂ ਸਨ। ਹੁਣ ਕਿਸਾਨ ਜਥੇਬੰਦੀਆਂ ਸਿਰਫ ਪੰਜਾਬ ਦੇ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨ ਨੇਤਾਵਾਂ ਨੂੰ ਵੀ ਮੀਟਿੰਗ ਦੇ ਵਿੱਚ ਬੁਲਾਉਣ ਦੀ ਗੱਲ ਕਰ ਰਹੀਆਂ ਹਨ। ਅਜੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਸੱਦੇ ਨੂੰ ਪ੍ਰਵਾਨ ਜਾਂ ਅਪ੍ਰਵਾਨ ਕਰਨ ਬਾਰੇ ਵੀ ਫੈਸਲਾ ਨਹੀਂ ਕੀਤਾ। 27 ਨਵੰਬਰ ਤੋਂ 2 ਦਸੰਬਰ ਤੱਕ ਦੇ 7 ਦਿਨ ਇਸ ਸੰਘਰਸ਼ ਦੇ ਲਈ ਫੈਸਲਾਕੁਨ ਭੂਮਿਕਾ ਨਿਭਾਉਣਗੇ। ਜੇਕਰ ਦੇਸ਼ ਭਰ ਦੇ ਕਿਸਾਨ ਇਸ ਅੰਦੋਲਨ ਦੇ ਹੱਕ ਦੇ ਵਿੱਚ ਤੁਰ ਪਏ ਅਤੇ ਭਾਰਤ ਦੇ ਕਿਸਾਨ ਅਹਿੰਸਕ ਰੂਪ ਦੇ ਵਿੱਚ ਡਟੇ ਰਹੇ ਤਾਂ ਸੰਭਾਵਨਾ ਬਣ ਸਕਦੀ ਹੈ ਕਿ 3 ਦਸੰਬਰ ਦੀ ਮੀਟਿੰਗ ਤੱਕ ਕੇਂਦਰ ਕਿਸਾਨਾਂ ਦੀ ਏਕਤਾ, ਸਬਰ ਅਤੇ ਕੁਰਬਾਨੀਆਂ ਤੋਂ ਪ੍ਰਭਾਵਿਤ ਹੋ ਕੇ ਕਿਸੇ ਸਮਝੌਤੇ ਵੱਲ ਤੁਰੇ। ਪਰ ਜੇਕਰ ਇਹਨਾਂ 7 ਦਿਨਾਂ ਦੇ ਵਿੱਚ ਇਹ ਅੰਦੋਲਨ ਹਿੰਸਕ ਹੋ ਗਿਆ ਜਾਂ ਬਿਖਰ ਗਿਆ ਤਾਂ ਫਿਰ ਕਿਸੇ ਪ੍ਰਾਪਤੀ ਦੀ ਆਸ ਕਾਫੀ ਘਟ ਜਾਵੇਗੀ। ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਈ ਤਰ੍ਹਾਂ ਦੀਆਂ ਤਾਕਤਾਂ ਇਹਨਾਂ 7 ਦਿਨਾਂ ਦੇ ਵਿੱਚ ਇਸ ਅੰਦੋਲਨ ਦੇ ਅਹਿੰਸਕ ਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਸਕਦੀਆਂ ਨੇ। ਹਾਲਾਂਕਿ ਆਮ ਪ੍ਰਭਾਵ ਇਹ ਹੈ ਕਿ ਕਿਸਾਨ ਅੰਦੋਲਨ ਸਮਰਥਨ ਮੁੱਲ ਦੀ ਕਾਨੂੰਨੀ ਪ੍ਰਾਪਤੀ ਤੋਂ ਬਾਅਦ ਖਤਮ ਹੋ ਜਾਵੇਗਾ। ਪਰ ਜਿਸ ਤਰ੍ਹਾਂ ਦੀ ਗੱਲਬਾਤ ਇਸ ਅੰਦੋਲਨ ਦੇ ਵਿੱਚ ਸ਼ਾਮਲ ਕੁਝ ਜਥੇਬੰਦੀਆਂ ਦੇ ਨੇਤਾਵਾਂ ਨਾਲ ਸਾਡੀ ਹੋਈ ਹੈ, ਉਸ ਤੋਂ ਇਹੀ ਪ੍ਰਭਾਵ ਬਣਦਾ ਹੈ ਕਿ ਸਮਰਥਨ ਮੁੱਲ ਦੀ ਕਾਨੂੰਨੀ ਪ੍ਰਾਪਤੀ ਤਾਂ ਇਸ ਸੰਘਰਸ਼ ਦਾ ਸਿਰਫ ਇੱਕ ਪੜਾਅ ਹੈ। ਇਹਨਾਂ ਜਥੇਬੰਦੀਆਂ ਦੀ ਅਸਲ ਲੜਾਈ ਤਾਂ ਖੇਤੀ ਸੰਬੰਧੀ ਬਣੇ 3 ਨਵੇਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਜਾਂ ਇਹਨਾਂ ਦੇ ਵਿੱਚ ਵੱਡੀਆਂ ਕਿਸਾਨ ਪੱਖੀ ਸੋਧਾਂ ਕਰਵਾਉਣ ਤੱਕ ਜਾਰੀ ਰਹੇਗੀ। ये तो पूरे किसाना दिया है क्या जी। हर किसान आज कह रहा है कि जो 3 बिल हैं किसान विरोधी हैं, हमें बर्बाद करने वाले हैं। आज मुझे तो कोविड हुआ है, कभी राजस्थान जाके, कभी मध्य प्रदेश जाके, कभी उत्तर प्रदेश जाके, कभी हरियाणा जाके घूम घूम के किसानों को बता के ही तो हुआ है, घर बैठे तो नहीं हुआ ना ये। और ये जो बिल है जब तक वापस नहीं होंगे किसान कुछ खड़ा नहीं हो पाएगा। इसलिए आज देश का किसान जो 26-27 की कॉल थी हमारी, आज 45 दिन पुरानी थी, रकाबगंज गुरुद्वारे में पिछले 26 तारीख को फिर से हमने दी थी। और ये पूरा देश का किसान जो इकट्ठा हुआ है, और आज अफसोस है कि इनको बैरिकेड तोड़ने पड़े। इनका स्वागत करके लाना चाहिए था। ये किसान देश को खिलाते हैं, अन्न देते हैं। जो ताकत आज मिलती है मोदी सरकार को मिलती है या पुलिस वालों को मिलती है, वो अन्न किसान देता है, वो ताकत किसान देता है।